ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪੋ ਪਿਆਰੀ ਸਾਧ ਸੰਗਤ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਅੱਜ ਬਹੁਤ ਮਹੱਤਵਪੂਰਨ ਵਿਸ਼ੇ ਤੇ ਗੱਲ ਕਰਨ ਲੱਗੇ ਹਾਂ। ਨੌਜਵਾਨ ਭਰਾ, ਨੌਜਵਾਨ ਭੈਣਾਂ, ਬੀਬੀਆਂ ਕਿਹੜੀਆਂ ਉਹ 5-6 ਆਦਤਾਂ ਬਦਲ ਲੈਣ ਤਾਂ ਕਿ ਜ਼ਿੰਦਗੀ ਇੱਕਦਮ ਚੰਗੇ ਪਾਸੇ ਨੂੰ ਮੋੜਾ ਕੱਟ ਲਵੇ। ਹਰ ਜਿਹੜੀ ਸਫਲਤਾ ਅਸੀਂ ਦਿਮਾਗ ਦੇ ਵਿੱਚ ਸੋਚੀਏ ਉਹ ਸਾਡੇ ਕਦਮਾਂ ਦੇ ਵਿੱਚ ਆ ਪਵੇ। ਅਸੀਂ ਜਿਹੜੇ ਟੀਚੇ ਮਿੱਥੇ ਨੇ ਉਹ ਪ੍ਰਾਪਤ ਕਰ ਲਈਏ, ਚਾਹੇ ਉਹ ਧਨ ਦੇ ਨਾਲ ਸੰਬੰਧਿਤ ਨੇ, ਚਾਹੇ ਉਹ ਆਪਣੀ ਜ਼ਿੰਦਗੀ ਦਾ ਜਿਹੜਾ ਤੁਸੀਂ ਕਹਿ ਸਕਦੇ ਹੋ ਗੋਲ ਹੈ, ਤੁਹਾਡਾ ਜਿਹੜਾ ਕੋਈ ਆਪਣੀ ਡ੍ਰੀਮ ਜੌਬ ਹੈ ਉਹ ਤੁਹਾਨੂੰ ਮਿਲ ਸਕੇ। ਉਹ ਕਿਹੜੀਆਂ 5-6 ਆਦਤਾਂ ਜੇਕਰ ਅਸੀਂ ਬਦਲ ਲਈਆਂ ਤੇ ਅਸੀਂ ਸਾਰਾ ਕੁਝ ਹਾਸਲ ਕਰ ਸਕਦੇ ਹਾਂ। ਅੱਜ ਇਸੇ ਦੇ ਉੱਤੇ ਵਿਚਾਰ ਚਰਚਾ ਕਰਨੀ ਹੈ, ਪਰ ਉਸ ਤੋਂ ਪਹਿਲਾਂ ਬੇਨਤੀ ਇਹ ਹੈ ਕਿ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ। ਜੇਕਰ ਚੰਗੀ ਲੱਗੇ ਤਾਂ ਆਪਣੇ ਸੱਜਣਾ ਮਿੱਤਰਾਂ ਸੰਬੰਧੀਆਂ ਦੇ ਨਾਲ ਸਾਂਝੀ ਵੀ ਜ਼ਰੂਰ ਕਰਨਾ ਤਾਂ ਕਿ ਵੱਧ ਤੋਂ ਵੱਧ ਲੋਕ ਲਾਹਾ ਲੈ ਸਕਣ। ਸਾਨੂੰ ਸਾਰਿਆਂ ਨੂੰ ਪਤਾ ਹੈ 18 ਤੋਂ 35 ਸਾਲ ਦੀ ਜਿਹੜੀ ਉਮਰ ਹੈ ਇਹ ਬਹੁਤ ਲੰਮੇ ਚੌੜੇ ਸਟਰਗਲ ਦੀ ਉਮਰ ਹੈ। ਕੋਈ ਕਿੰਨੀ ਉਮਰ ਦੇ ਵਿੱਚ ਕਾਮਯਾਬ ਹੋ ਜਾਂਦਾ, ਕੋਈ ਕਿੰਨੀ ਉਮਰ ਦੇ ਵਿੱਚ, ਪਰ ਜਿਹੜੀ ਅਸਲੀ ਜਿਹੜੀ ਕੋਸ਼ਿਸ਼ ਹੈ ਕਾਮਯਾਬੀ ਦੇ ਲਈ ਉਹ ਬੰਦਾ 17-18 ਸਾਲ ਤੋਂ ਬਾਅਦ ਜਦੋਂ ਉਸਨੇ +1 +2 ਕਰ ਲਈ ਉਦੋਂ ਤੋਂ ਸ਼ੁਰੂ ਹੋ ਜਾਂਦੀ ਹੈ ਕਿ ਮੈਂ ਹੁਣ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਲਈ ਆਹ ਕੰਮ ਕਰਨੇ ਨੇ। ਜਦੋਂ ਬੰਦਾ 20-22 ਸਾਲ ਦਾ ਹੁੰਦਾ ਤੇ ਉਹਦੇ ਟੀਚੇ ਵੀ ਤਕਰੀਬਨ ਸਪਸ਼ਟ ਹੋ ਜਾਂਦੇ ਨੇ। ਕਿਸੇ ਨੇ ਸਰਕਾਰੀ ਨੌਕਰੀ ਦਾ ਸੋਚਿਆ ਹੁੰਦਾ ਹੈ, ਕਿਸੇ ਨੇ ਕੋਈ ਖਾਸ ਕਿੱਤੇ ਦਾ ਬਿਜ਼ਨਸ ਦਾ ਸੋਚਿਆ ਹੁੰਦਾ ਹੈ। ਇਸੇ ਤਰੀਕੇ ਨਾਲ 30 ਤੱਕ ਜਾਂਦਾ ਬੰਦਾ ਬਹੁਤ ਹੱਥ ਪੈਰ ਮਾਰਦਾ ਹੈ, ਪਰ ਕਈ ਲੋਕ ਨਿਰਾਸ਼ ਹੋ ਜਾਂਦੇ ਨੇ ਕਿ ਜਿਹੜੇ ਕੰਮ ਨੂੰ ਹੱਥ ਪਾਉਣੇ ਆ ਜੀ ਉਹ ਤਾਂ ਹੁੰਦਾ ਹੀ ਨਹੀਂ। ਜਿਹੜਾ ਵੀ ਮੈਂ ਕਿੱਤਾ ਕਰਦਾ ਉਹ ਮੈਨੂੰ ਘਾਟਾ ਪਾ ਜਾਂਦਾ, ਜਿਹੜਾ ਮੈਂ ਫੈਸਲਾ ਲੈਣਾ ਉਹ ਮੇਰੇ ਲਈ ਘਾਟੇ ਵਾਲਾ ਹੁੰਦਾ, ਮੈਨੂੰ ਲਾਸ ਹੋ ਜਾਂਦਾ। ਲੋਕੀ ਮੇਰੇ ਵਰਗਾ ਜਦੋਂ ਫੈਸਲਾ ਲੈਂਦੇ ਨੇ ਉਹਨਾਂ ਨੂੰ ਫਾਇਦੇ ਹੁੰਦੇ ਨੇ। ਸੋ ਆਪਾਂ ਇਹ ਦੇਖਣਾ ਹੈ ਕਿ ਉਹ ਕਿਹੜੀਆਂ 5-6 ਆਦਤਾਂ ਜੇ ਬਦਲ ਲਈਏ ਤਾਂ ਜਿਹੜੀ ਮਰਜ਼ੀ ਚੀਜ਼ ਨੂੰ ਹੱਥ ਪਾਈਏ ਸਾਡੇ ਲਈ ਵਾਧੇ ਦਾ ਕੰਮ ਹੀ ਹੋਵੇ। ਸੋ ਸਭ ਤੋਂ ਇਹਦੇ ਵਿੱਚ ਪਹਿਲੀ ਗੱਲ ਹੈ ਘੱਟ ਬੋਲਣਾ ਤੇ ਵੱਧ ਸੁਣਨਾ। ਸਾਨੂੰ ਪਤਾ ਹੈ 18 ਤੋਂ 30 ਸਾਲ ਦੀ, 18 ਤੋਂ 32-34 ਸਾਲ ਦੀ ਜਿਹੜੀ ਉਮਰ ਹੈ, ਜਵਾਨੀ ਦੀ ਉਮਰ ਹੈ। ਬੰਦਾ ਜੋਸ਼ 'ਚ ਹੁੰਦਾ ਹੈ, ਆਪਣੇ ਵਰਗੇ ਲੋਕਾਂ ਦੀ ਸੰਗਤ ਕਰਦਾ ਹੈ ਤੇ ਆਪਾਂ ਨੂੰ ਉਦੋਂ ਇਹ ਹੁੰਦਾ ਕਿ ਅਸੀਂ ਆਪਣੇ ਆਪ ਦੇ ਵਿੱਚ ਰਾਜੇ ਹਾਂ, ਅਸੀਂ ਕਿਸੇ ਹੋਰ ਨੂੰ ਕੁਝ ਨਹੀਂ ਸਮਝਦੇ। ਇਸ ਲਈ ਆਪਣੇ ਵਰਗੇ ਲੋਕਾਂ 'ਚ ਜਦੋਂ ਬੈਠੇ ਹੋਈਏ ਤੇ ਕੁਛ ਨਾ ਕੁਛ ਬੋਲਦੇ ਰਹਿੰਦੇ ਆ, ਬਹੁਤ ਕੁਛ ਬੋਲਦੇ ਰਹਿੰਦੇ ਆ, ਪਰ ਆਪਾਂ ਨੂੰ ਇਹ ਆਦਤ ਹੌਲੀ-ਹੌਲੀ ਆਪਣੇ ਕੰਟਰੋਲ 'ਚ ਕਰਨੀ ਪਵੇਗੀ। ਜੇ ਆਪਾਂ ਘੱਟ ਬੋਲਣਾ ਤੇ ਵੱਧ ਸੁਣਨਾ ਦੇ ਫੰਡੇ ਨੂੰ ਅਪਣਾ ਲਿਆ, ਕਿਉਂਕਿ ਸਾਡੀ ਆਮ ਆਦਤ ਤਾਂ ਨਹੀਂ, ਆਮ ਆਦਤ ਇਹੀ ਹੈ ਕਿ ਆਪਾਂ ਬਿਨਾਂ ਵਜ੍ਹਾ ਬੋਲਦੇ ਰਹਿੰਦੇ ਹਾਂ, ਬਹੁਤ ਜ਼ਿਆਦਾ ਬੋਲਦੇ ਰਹਿੰਦੇ ਹਾਂ। ਆਪਣੇ ਵਰਗੇ ਲੋਕਾਂ 'ਚ ਬੈਠੇ ਹੋਈਏ, ਆਪਣੇ ਸੱਜਣਾ ਮਿੱਤਰਾਂ 'ਚ ਬੈਠੇ ਹੋਈਏ, ਜਦੋਂ ਜੇਕਰ ਆਪਾਂ ਘੱਟ ਬੋਲਣ ਲੱਗ ਪਏ, ਵੱਧ ਸੁਣਨ ਲੱਗ ਪਏ ਤਾਂ ਆਪਾਂ ਨੂੰ ਵੱਧ ਚੀਜ਼ਾਂ ਸਮਝ ਆਉਣ ਲੱਗਣਗੀਆਂ। ਘੱਟ ਬੋਲਾਂਗੇ, ਆਪਣੀ ਊਰਜਾ ਜਿਹੜੀ ਹੈ ਉਸ ਆਪਣੇ ਤੱਕ ਵਧੀਆ ਤਰੀਕੇ ਨਾਲ ਸੀਮਤ ਰਹੇਗੀ, ਖਰਾਬ ਨਹੀਂ ਹੋਵੇਗੀ, ਆਪਾਂ ਆਪਦੀ એનર્ਜੀ ਵੇਸਟ ਨਹੀਂ ਕਰ ਰਹੇ ਕਿਤੇ। ਤੇ ਵੱਧ ਸੁਣਾਂਗੇ ਤਾਂ ਆਪਾਂ ਭਾਂਤ-ਭਾਂਤ ਦੀਆਂ ਗੱਲਾਂ ਸੁਣਾਂਗੇ, ਬਹੁਤ ਸਾਰੀ ਜਿਹੜੀ ਜਾਣਕਾਰੀ ਹੈ ਆਪਾਂ ਨੂੰ ਮਿਲੇਗੀ। ਕੋਈ ਚੰਗੀ ਹੋਵੇਗੀ, ਕੋਈ ਮਾੜੀ ਹੋਵੇਗੀ, ਉਹ ਆਪਣੀ ਮਰਜ਼ੀ ਹੈ। ਚੰਗੀ ਆਪਾਂ ਰੱਖ ਲਈਏ, ਮਾੜੀ ਆਪਾਂ ਨਾ ਰੱਖੀਏ, ਆਪਣੇ ਕੋਲੇ ਆਪਾਂ ਇੱਕ ਕੰਨ 'ਚੋਂ ਪਾ ਕੇ ਦੂਜੇ 'ਚ ਕੱਢ ਦਈਏ। ਸੋ ਇੱਕ ਬਹੁਤ ਵੱਡੀ ਇਹ ਗੱਲ ਹੈ ਤੇ ਬਹੁਤ ਕਾਮਯਾਬ ਲੋਕਾਂ ਦੀ ਇਹ ਆਦਤ ਹੈ ਕਿ ਉਹ ਘੱਟ ਬੋਲਦੇ ਨੇ ਤੇ ਵੱਧ ਸੁਣਦੇ ਨੇ, ਜ਼ਿਆਦਾ ਅਬਜ਼ਰਵ ਕਰਦੇ ਨੇ। ਹੁਣ ਇਸ ਤੋਂ ਅਗਲੀ ਗੱਲ ਕਰਦੇ ਹਾਂ ਜੀ। ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਰਿਸਕ ਲੈਣ ਤੋਂ ਡਰਨਾ ਨਹੀਂ ਚਾਹੀਦਾ। ਆਪਣੇ ਭਾਰਤ ਦੇ ਵੇਖ ਲਈਏ ਜਿਹੜੇ ਕਾਮਯਾਬ ਲੋਕ ਨੇ, ਚਾਹੇ ਸਾਰੀ ਦੁਨੀਆ ਦੇ ਵੇਖ ਲਈਏ, ਇਹ ਬੰਦਿਆਂ ਨੇ ਕਿਤੇ ਨਾ ਕਿਤੇ ਵੱਡੇ ਰਿਸਕ ਲਏ ਨੇ। ਆਪਣੀ ਆਦਤ ਭਾਰਤੀ ਲੋਕਾਂ ਦੀ ਕੀ ਹੈ, ਪੰਜਾਬੀ ਲੋਕਾਂ ਦੀ, ਕਿ ਆਪਾਂ ਆਪਣਾ ਜਿਹੜਾ ਕੰਫਰਟ ਜ਼ੋਨ ਹੈ, ਆਪਣਾ ਆਰਾਮਦਾਇਕ ਜਿਹੜਾ ਜ਼ੋਨ ਹੈ ਉਸ ਤੋਂ ਬਾਹਰ ਨਹੀਂ ਨਿਕਲਦੇ। ਆਪਾਂ ਆਰਾਮ ਦੇ ਵਿੱਚ ਰਹਿਣਾ ਪਸੰਦ ਕਰਦੇ ਹਾਂ, ਪਰ ਕਾਮਯਾਬ ਲੋਕਾਂ ਦੀ ਇਹ ਆਦਤ ਨਹੀਂ। ਉਹ ਕੁਛ ਨਾ ਕੁਛ ਕਰਦੇ ਰਹਿੰਦੇ ਨੇ, ਚਾਹੇ ਉਹਨਾਂ ਨੂੰ ਰਿਸਕ ਲੈਣਾ ਪੈ ਜਾਵੇ। ਹੁਣ ਆਪਾਂ ਮੰਨ ਲਓ ਆਪਾਂ ਨੂੰ ਕੋਈ ਸਲਾਹ ਦਿੰਦਾ ਹੈ ਕਿ 1 ਕਿੱਲੇ ਦੇ ਵਿੱਚ ਕਣਕ ਝੋਨਾ ਛੱਡ ਕੇ ਆ ਫਲਾਣੀ ਫਸਲ ਬੀਜ ਕੇ ਵੇਖ, ਬਹੁਤ ਕਮਾਈ ਹੁੰਦੀ ਆ, ਪਰ ਆਪਾਂ ਰਿਸਕ ਨਹੀਂ ਲੈਂਦੇ। ਇਸੇ ਤਰੀਕੇ ਦੇ ਨਾਲ ਜਦੋਂ ਕੋਈ ਬਿਜ਼ਨਸ ਦੇ ਬਾਰੇ ਆਪਾਂ ਨੂੰ ਸਲਾਹ ਦਿੰਦਾ ਕਿ ਭਾਈ ਆ ਫਲਾਣਾ ਕੰਮ ਕਰਕੇ ਵੇਖ ਲਾ, ਆਪਾਂ ਰਿਸਕ ਨਹੀਂ ਲੈਂਦੇ। ਇਸੇ ਤਰ੍ਹਾਂ ਭਾਵੇਂ ਕੋਈ ਸ਼ੇਅਰ ਮਾਰਕੀਟ ਹੋਵੇ, ਕੋਈ ਕ੍ਰਿਪਟੋ ਹੋਵੇ, ਬਹੁਤ ਲੰਮਾ ਇਹ ਮੁੱਦਾ ਹੈ। ਆਪਾਂ ਗੱਲ ਇੰਨੇ ਦੇ ਵਿੱਚ ਨਿਬੇੜਦੇ ਹਾਂ ਕਿ ਰਿਸਕ ਲੈਣ ਤੋਂ ਆਪਾਂ ਨੂੰ ਡਰਨਾ ਨਹੀਂ ਚਾਹੀਦਾ। ਮਾੜਾ ਮੋਟਾ ਰਿਸਕ, ਕੈਲਕੂਲੇਟਡ ਰਿਸਕ ਜ਼ਰੂਰ ਲੈਣਾ ਚਾਹੀਦਾ ਹੈ, ਜਿੰਨਾ ਕੁ ਆਪਾਂ ਨੁਕਸਾਨ ਝੱਲ ਵੀ ਸਕਦੇ ਹਾਂ, ਕਿਉਂਕਿ ਜੇ ਉਹ ਰਿਸਕ ਨੇ ਆਪਾਂ ਨੂੰ ਫਾਇਦਾ ਦਿੱਤਾ ਤਾਂ ਆਪਾਂ ਲੱਖਾਂਪਤੀ ਕਰੋੜਾਂਪਤੀ ਬਣ ਸਕਦੇ ਹਾਂ। ਸੋ 18 ਤੋਂ 30 ਵਾਲੇ ਕਦੀ ਵੀ ਰਿਸਕ ਲੈਣ ਤੋਂ ਨਾ ਡਰਨ, ਪਰ ਰਿਸਕ ਹੈ ਜਿਹੜਾ ਉਹ ਤਰੀਕੇ ਦਾ ਹੋਵੇ, ਉਹਦੀ ਇੱਕ ਹੱਦ ਹੋਵੇ। ਹੁਣ ਆਪਾਂ ਇਸ ਤੋਂ ਅਗਲੀ ਗੱਲ ਕਰਦੇ ਹਾਂ। ਇਹ ਹੈ ਕਿ ਇਸ ਉਮਰ ਦੇ ਵਿੱਚ ਬੰਦਾ ਆਪਣਾ ਸਮਾਂ ਬਹੁਤ ਖਰਾਬ ਕਰ ਲੈਂਦਾ ਹੈ, ਚਾਹੇ ਉਹ ਕਿਸੇ ਖਾਸ ਕੰਮ 'ਚ ਕਰ ਰਿਹਾ ਹੋਵੇ, ਚਾਹੇ ਉਹ ਕੁਛ 1-2 ਖਾਸ ਲੋਕਾਂ ਦੇ ਪਿੱਛੇ ਕਰ ਰਿਹਾ ਹੋਵੇ। ਸੋ ਆਪਾਂ ਨੂੰ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੈ। ਆਪਣੀ ਕਿਸੇ ਵੀ ਚੀਜ਼ ਤੋਂ ਜਿਹੜੀ ਵੱਡੀ ਅਹਿਮੀਅਤ ਹੈ ਉਹ ਆਪਣੀ ਫੈਮਿਲੀ ਤੋਂ ਉੱਤੇ ਨਹੀਂ ਕਿਸੇ ਨੂੰ ਰੱਖਣਾ।
अपने धन तो अपने जिहड़ा अपनी स्रोत है अपनी जायदाद है उस तो उत्ते नहीं किसी नूं रखना। ये ना होवे कि आपां किसी दे पिछे लग के जिहड़ा कुछ अपने पल्ले है वो गवाउंदे फिरीए। अपनी इज्जत नूं आपां रखना, स्वै अभिमान जिन्हों सैल्फ रिस्पैक्ट कहिंदे आ। ये ना होवे कि तुसीं किसी दे पिछे तुरे फिरदे हो, उहदियां लिलड़ियां कढ रहे हो ते ओह तुहानूं टिच नहीं जाणदा। ये अक्सर इस उम्र के लोगों की आदत हुंदी है। सो ये जे चीज़ बचा ली तो बहुत सारी एनर्जी बचेगी, बहुत सारा रुपया भी अपना जिहड़ा है वो बच जाएगा। ये कामयाब लोगों का ये बहुत वड्डा गुण हुंदा है कि वो एक दो लोगों पिछे अपना समा नहीं खराब करते। अपना समा जो खराब करते हैं तो काम के पिछे करते हैं, एवें समा नहीं वंडते फिरते। इस तो अगली आदत है जी चौथी आदत कि कामयाब लोगों की संगत करनी। जेकर एक बंदा उन्होंने लोगों के विच बैठता है जिन्होंने अपने टीचे हासिल कर रहे हैं, चाहे उम्र च तुहाडे तो वड्डे ही होण, ਤੁਹਾਨੂੰ बहुत कुछ सीखने को मिलेगा। हो सकता कि ਤੁਹਾਨੂੰ बैठ के उन्होंने विच आरामदायक महसूस ना होवे, उन्हों दी गल्लां सिर उत्ती टपदियां जाण, पर जो दो चार बार बैठांगे गल्लां भी समझण आउण लग पैणगीਆਂ ते नाल दी नाले पता भी लगेगा कि वो किस तरह काम करते हैं, किन्ने वजे उठते हैं, किन्ना समा वो काम करते हैं, किन्ना समा वो होर चीज़ां नूं दिंदे ने, किन्ना समा वो अपने लिए रखते हैं। आपां नूं सारियां गल्लां समझ लगेगी। इसलिए कामयाब लोगों की संगत करना ये बहुत जरूरी गल है। इस तो अगली आदत है जी जी पंजवीं आदत, वो ये है कि हमेशा सीखण की भावना रखनी है। हमेशा सीखते रहना है, चाहे कोई बच्चा है चाहे कोई बजुर्ग है, जिहड़ी वो गल कर रहे ने अपने सामने, चाहे कोई क्रिया कर रहे हैं, चाहे वो आप कुछ बोल रहे हैं, उस तो कुछ ना कुछ सीखण की कोशिश करिए। चाहे कोई अमीर है चाहे कोई गरीब है, ये किसी के विच वितकरा नहीं करना। जे कोई कुछ सिखा रहा तो जरूर सीखो, जां कोई जे कोई आपकी कला दे विच माहिर है तो आपां उहदे तो सीखना चाहिए। आपां नूं सीखण दे विच शर्म नहीं महसूस करनी चाहिए। ये हरेक दुनिया के कामयाब इंसान की आदत है। बहुत लोग ने जिन्हां दी उम्र इस वेले 50 तो वध है पर अजे भी सीखते पे ने कुछ ना कुछ। बहुत लोग ने जिहड़े कामयाब भी हो गए ने, पैसा भी है उन्हां कोल, फिर भी कोई ना कोई चीज़ सीख रहे हैं। ਇਹਦੀ एक उदाहरण ये भी है कि जदों मार्केट ਦੇ ਵਿੱਚ एंड्रॉयड फोन आए सन ਤਾਂ नोकिया ने सीखण ਦੀ ਭਾਵਨਾ ਤੋਂ ਇਨਕਾਰ ਕੀਤਾ ਸੀ ਅਤੇ एंड्रॉयड ਦੇ ਨਾਲ ਕੋਈ ਟਾਈ ਅਪ ਨਹੀਂ ਸੀ ਕੀਤਾ ਤੇ ਇੱਕਦਮ ਜਿਹੜਾ ਉਹਨਾਂ ਦੀ ਸਲਤਨਤ ਸੀ ਫੋਨਾਂ ਦੇ ਵਿੱਚ, ਉਹਨਾਂ ਦਾ ਰਾਜ ਸੀ, ਉਹ ਸਾਰਾ ਢਹਿ ਢੇਰੀ ਹੋ ਗਿਆ ਤੇ ਦੁਨੀਆ ਦੇ ਹੋਰ ਬਹੁਤ ਸਾਰੇ ਫੋਨਾਂ ਨੇ ਕਬਜ਼ਾ ਕਰ ਲਿਆ। ਇਹ ਬਹੁਤ ਵੱਡੀ ਉਦਾਹਰਨ ਹੈ ਕਿ ਕਿਸੇ ਚੀਜ਼ ਨੂੰ ਸਿੱਖਣ ਤੋਂ ਮਨਾ ਕਰਨ ਦੀ, ਚਾਹੇ ਤੁਸੀਂ ਕਿੰਨੇ ਵੀ ਕਾਮਯਾਬ ਹੋ, ਜੇ ਸਿੱਖਦੇ ਨਹੀਂ ਤਾਂ ਕਾਮਯਾਬੀ ਹਮੇਸ਼ਾ ਹੋ ਸਕਦਾ ਤੁਹਾਡੇ ਕੋਲ ਨਾ ਰਹੇ। ਇਸ ਤੋਂ ਅਗਲੀ ਗੱਲ, ਵੱਡੇ ਸੁਪਨੇ देखना। हरेक बंदे नूं हक के ते इस दी कोई कीमत नहीं, कोई तुहानूं आके टैक्स नहीं पाउंदा, कोई पैसा नहीं लैंदा। जदों भी कोई टीचे रखने ने आपदे बहुत वड्डे टीचे रखो, चाहे आपदे तक सीमित रखो, किसी नूं दसो ना। कई बार हुंदा कि साडे टीचे वड्डे ने, किसी नूं दस दईए तो अगों हੱਸਣ लगदा ते फिर आपां खुद सोचदे हां कि शायद मैं वड्डा सोच लिया। बिल्कुल कुछ नहीं इस तरह का। अपना जिहड़ा टीचा है बहुत वड्डा रखो, दुनिया की सोच तो वड्डा टीचा रखो। सतगुर सच्चे पातशाह जी ने जिस दिन कृपा करनी है तो बंदा वड्डे तो वड्डे टीचे भी प्राप्त कर लेंदा है। सो इन्नियां क बेनतियां अज प्रवान करना जी। वाहिगुरू जी का खालसा, वाहिगुरू जी की फतेह।